ਹੈਲੋ ਡੀਅਰ ਸਟੂਡੈਂਟਸ, ਹਾਊ ਆਰ ਯੂ ਆਲ। ਪਿਆਰੇ ਵਿਦਿਆਰਥੀਓ, ਅੱਜ ਦਾ ਸਾਡਾ ਇਹ ਸੈਸ਼ਨ 6ਵੀਂ ਕਲਾਸ ਦੇ ਸਾਇੰਸ ਵਿਸ਼ੇ ਨਾਲ ਸੰਬੰਧਿਤ ਹੈ, ਜਿਸ ਦੇ ਤਹਿਤ ਅੱਜ ਅਸੀਂ ਸਾਇੰਸ ਵਿਸ਼ੇ ਦਾ ਚੈਪਟਰ ਨੰਬਰ 9 ਜਿਸ ਦਾ ਨਾਮ ਹੈ ਸਜੀਵ ਅਤੇ ਉਹਨਾਂ ਦਾ ਚੌਗਿਰਦਾ ਮੀਨਸ ਦੀ ਲਿਵਿੰਗ ਆਰਗੇਨਿਜ਼ਮਸ ਐਂਡ देयर ਸਰਾਊਂਡਿੰਗਸ ਬਾਰੇ ਗੱਲ ਕਰਨ ਜਾ ਰਹੇ ਹਾਂ। ਪਿਆਰੇ ਵਿਦਿਆਰਥੀਓ, ਗਰਮੀਆਂ ਦੀਆਂ ਛੁੱਟੀਆਂ ਨੇੜੇ ਹਨ ਤੇ ਇਸ ਕਰੋਨਾ ਕਾਲ ਨੂੰ ਛੱਡ ਕੇ ਤੁਸੀਂ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਕਿਤੇ ਨਾ ਕਿਤੇ ਘੁੰਮਣ ਜ਼ਰੂਰ ਗਏ ਹੋਵੋਗੇ। ਤੇ ਵਿਦਿਆਰਥੀਓ, ਤੁਹਾਡੀ ਤਰ੍ਹਾਂ ਜਪਨੀਤ ਅਤੇ ਮਨਵੀਰ ਵੀ ਗਰਮੀਆਂ ਦੀਆਂ ਛੁੱਟੀਆਂ ਵਿੱਚ ਵੱਖ-ਵੱਖ ਥਾਵਾਂ ਤੇ ਘੁੰਮਣ ਗਏ। ਸਭ ਤੋਂ ਪਹਿਲਾਂ ਉਹ ਰਿਸ਼ੀਕੇਸ਼ ਵਿੱਚ ਗੰਗਾ ਨਦੀ ਦੇਖਣ ਗਏ। ਉਸ ਤੋਂ ਬਾਅਦ ਉਹ ਹਿਮਾਲਿਆ ਦੀਆਂ ਚੋਟੀਆਂ ਤੇ ਵੀ ਚੜ੍ਹੇ, ਜਿੱਥੇ ਬਹੁਤ ਠੰਡ ਸੀ ਤੇ ਉਹਨਾਂ ਨੇ ਇਹਨਾਂ ਪਹਾੜਾਂ ਉੱਤੇ ਓਕ, ਚੀੜ ਅਤੇ ਦਿਓਦਾਰ ਜਿਹੇ ਦਰਖਤ ਦੇਖੇ ਜੋ ਕਿ ਮੈਦਾਨੀ ਖੇਤਰਾਂ ਤੋਂ ਬਿਲਕੁਲ ਵੱਖ ਸਨ। ਇਸ ਤੋਂ ਬਾਅਦ ਉਹਨਾਂ ਨੇ ਰਾਜਸਥਾਨ ਦੀ ਯਾਤਰਾ ਕੀਤੀ, ਜਿੱਥੇ ਉਹਨਾਂ ਨੇ ਊਂਠ ਦੀ ਸਵਾਰੀ ਕੀਤੀ ਅਤੇ ਗਰਮ ਮਾਰੂਥਲ ਦੀ ਸੈਰ ਵੀ ਕੀਤੀ। ਇਹ ਵਿਦਿਆਰਥੀਓ, ਸੈਰ ਕਰਦੇ ਹੋਏ ਉਹਨਾਂ ਨੇ ਨਾਗਫਨੀ ਜਿਹੇ ਮੀਨਸ ਕੈਕਟਸ ਦੇ ਕਈ ਪੌਦੇ ਇਕੱਠੇ ਕੀਤੇ। ਤੇ ਵਿਦਿਆਰਥੀਓ, ਛੁੱਟੀਆਂ ਦੇ ਅੰਤ ਵਿੱਚ ਉਹ ਪੁਰੀ ਗਏ, ਜਿੱਥੇ ਉਹਨਾਂ ਨੇ ਸਮੁੰਦਰ ਦੇ ਕੰਢੇ ਸੈਰ ਕੀਤੀ, ਜਿੱਥੇ ਉਹਨਾਂ ਨੇ ਕੈਜੋਰਾਈਨਾ ਦੇ ਰੁੱਖਾਂ ਦੀਆਂ ਕਤਾਰਾਂ ਦੇਖੀਆਂ। ਤੇ ਵਿਦਿਆਰਥੀਓ, ਇਹਨਾਂ ਸਾਰੀਆਂ ਥਾਵਾਂ ਦੀ ਸੈਰ ਕਰਦੇ ਹੋਏ ਉਹਨਾਂ ਦੇ ਮਨ ਵਿੱਚ ਇੱਕ ਵਿਚਾਰ ਆਇਆ ਕਿ ਇਹ ਸਾਰੀਆਂ ਥਾਵਾਂ ਇੱਕ ਦੂਸਰੇ ਨਾਲੋਂ ਭਿੰਨ ਸਨ। ਕੁਝ ਬਹੁਤ ਠੰਡੀਆਂ ਸਨ ਅਤੇ ਕੁਝ ਬਹੁਤ ਗਰਮ ਅਤੇ ਖੁਸ਼ਕ। ਇਸੇ ਤਰ੍ਹਾਂ ਕੁਝ ਥਾਵਾਂ ਨਮੀ ਵਾਲੀਆਂ ਸਨ। ਤੇ ਵਿਦਿਆਰਥੀਓ, ਉਹਨਾਂ ਨੇ ਇਹਨਾਂ ਸਾਰੀਆਂ ਥਾਵਾਂ ਤੇ ਵੱਖ-ਵੱਖ ਤਰ੍ਹਾਂ ਦੇ ਜੀਵ ਵੀ ਦੇਖੇ। ਤੇ ਵਿਦਿਆਰਥੀਓ, ਉਹਨਾਂ ਨੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਧਰਤੀ ਦਾ ਅਜਿਹਾ ਕੋਈ ਭਾਗ ਹੈ ਜਿੱਥੇ ਕੋਈ ਜੀਵ ਨਹੀਂ ਵਸਦੇ। ਇਸ ਦੀ ਖੋਜ ਲਈ ਜਪਨੀਤ ਨੇ ਸਭ ਤੋਂ ਪਹਿਲਾਂ ਆਪਣੇ ਘਰ ਦੇ ਆਲੇ ਦੁਆਲੇ ਥਾਵਾਂ ਦਾ ਅਧਿਐਨ ਕੀਤਾ। ਘਰ ਦੇ ਅੰਦਰ ਉਸਨੇ ਅਲਮਾਰੀ ਅਤੇ ਦਰਵਾਜ਼ਿਆਂ ਨੂੰ ਦੇਖਿਆ, ਜਿੱਥੇ ਉਸ ਨੂੰ ਇੱਕ ਛੋਟੀ ਜਿਹੀ ਮੱਕੜੀ ਮਿਲੀ। ਫਿਰ ਉਸਨੇ ਸੋਚਿਆ ਕਿ ਜੀਵ ਤਾਂ ਹਰ ਜਗ੍ਹਾ ਪਾਏ ਜਾਂਦੇ ਹਨ। ਤੇ ਵਿਦਿਆਰਥੀਓ, ਉਸਦੇ ਪਿਤਾ ਜੀ ਨੇ ਉਸ ਨੂੰ ਦੱਸਿਆ ਕਿ ਲੋਕਾਂ ਨੇ ਤਾਂ ਜਵਾਲਾਮੁਖੀ ਦੇ ਅੰਦਰ ਵੀ ਸੂਖਮ ਜੀਵਾਂ ਨੂੰ ਲੱਭ ਲਿਆ ਹੈ। ਸੋ ਵਿਦਿਆਰਥੀਓ, ਸਾਡਾ ਅੱਜ ਦਾ ਟੌਪਿਕ ਹੈ ਸਜੀਵ ਅਤੇ ਉਹਨਾਂ ਦਾ ਚੌਗਿਰਦਾ ਮੀਨਸ ਦੀ ਲਿਵਿੰਗ ਆਰਗੇਨਿਜ਼ਮਸ ਐਂਡ देयर ਸਰਾਊਂਡਿੰਗਸ। तो ਵਿਦਿਆਰਥੀਓ, ਆਓ ਇਹ ਚੈਪਟਰ ਸ਼ੁਰੂ ਕਰਦੇ ਹਾਂ। ਤੇ ਵਿਦਿਆਰਥੀਓ, ਇਸ ਚੈਪਟਰ ਦਾ ਸਭ ਤੋਂ ਪਹਿਲਾ ਟੌਪਿਕ ਹੈ ਆਵਾਸ ਅਤੇ ਅਨੁਕੂਲਨ ਮੀਨਸ ਹੈਬਿਟੇਟ ਐਂਡ ਅਡੈਪਟੇਸ਼ਨ। ਪਿਆਰੇ ਵਿਦਿਆਰਥੀਓ, ਅਸੀਂ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਰਹਿੰਦੇ ਹਾਂ ਕਿਉਂਕਿ ਇਹ ਸਾਰੀਆਂ ਥਾਵਾਂ ਸਾਡੀ ਰੋਜ਼ਾਨਾ ਜ਼ਿੰਦਗੀ ਦੀਆਂ ਲੋੜਾਂ ਨੂੰ ਪੂਰਾ ਕਰਦੀਆਂ ਹਨ, ਜਿਵੇਂ ਕਿ ਭੋਜਨ, ਪਾਣੀ, ਨਿਵਾਸ ਆਦਿ। ਤੇ ਵਿਦਿਆਰਥੀਓ, ਸਾਰੇ ਜੀਵ ਭਾਵੇਂ ਉਹ ਪੌਦੇ ਹੋਣ ਤੇ ਭਾਵੇਂ ਜੰਤੂ, ਉਹ ਸਾਰੇ ਉਹਨਾਂ ਥਾਵਾਂ ਤੇ ਰਹਿਣਾ ਪਸੰਦ ਕਰਦੇ ਹਨ ਜੋ ਸਥਾਨ ਉਹਨਾਂ ਦੇ ਰਹਿਣ ਲਈ ਅਨੁਕੂਲ ਹੋਵੇ। ਸੋ ਵਿਦਿਆਰਥੀਓ, ਕਿਸੇ ਸਜੀਵ ਦਾ ਉਹ ਚੌਗਿਰਦਾ ਜਿਸ ਵਿੱਚ ਉਹ ਰਹਿੰਦਾ ਹੈ ਉਸ ਨੂੰ ਉਸ ਦਾ ਆਵਾਸ ਜਾਂ ਫਿਰ ਨਿਵਾਸ ਸਥਾਨ ਆਖਦੇ ਹਨ। ਤੇ ਵਿਦਿਆਰਥੀਓ, ਆਪਣੇ ਭੋਜਨ, ਹਵਾ, ਨਿਵਾਸ ਅਤੇ ਹੋਰ ਲੋੜਾਂ ਲਈ ਸਜੀਵ ਆਪਣੇ ਆਵਾਸ ਤੇ ਨਿਰਭਰ ਕਰਦਾ ਹੈ। ਅਸਲ ਵਿੱਚ ਭਿੰਨ-ਭਿੰਨ ਪ੍ਰਕਾਰ ਦੇ ਪੌਦੇ ਅਤੇ ਜੰਤੂ ਇੱਕ ਹੀ ਆਵਾਸ ਵਿੱਚ ਸੰਯੁਕਤ ਰੂਪ ਵਿੱਚ ਰਹਿ ਸਕਦੇ ਹਨ। ਉਦਾਹਰਨ ਦੇ ਤੌਰ ਤੇ ਕੈਕਟਸ ਦਾ ਪੌਦਾ ਮਾਰੂਥਲ ਇਲਾਕੇ ਵਿੱਚ ਵੱਧ ਫੁੱਲ ਸਕਦਾ ਹੈ, ਇਸ ਲਈ ਕੈਕਟਸ ਦਾ ਆਵਾਸ ਮਾਰੂਥਲ ਹੈ। ਇਸੇ ਤਰ੍ਹਾਂ ਪਿਆਰੇ ਵਿਦਿਆਰਥੀਓ, ਊਂਠ ਮਾਰੂਥਲੀ ਇਲਾਕਿਆਂ ਵਿੱਚ ਘੱਟ ਪਾਣੀ ਪੀਤੇ ਹੋਏ ਬਹੁਤ ਲੰਬੇ ਸਮੇਂ ਤੱਕ ਜਿਉਂਦਾ ਰਹਿ ਸਕਦਾ ਹੈ। ਸੋ ਵਿਦਿਆਰਥੀਓ, ਇੱਥੇ ਊਂਠ ਦਾ ਆਵਾਸ ਵੀ
ਮਾਰੂਥਲ ਹੈ। ਤੇ ਪਿਆਰੇ ਵਿਦਿਆਰਥੀਓ, ਸਾਡਾ ਚੌਗਿਰਦਾ ਜੋ ਸਜੀਵਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਹੈ ਉਸ ਨੂੰ ਅਸੀਂ ਵਾਤਾਵਰਣ ਆਖਦੇ ਹਾਂ। ਵਾਤਾਵਰਣ ਤੋਂ ਭਾਵ ਹੈ ਇਨਵਾਇਰਮੈਂਟ, means everything surrounding and affecting the life of an organism is called as its environment. And dear students, you should also know that study of relationship between the living things and their environment is called as ecology. ਸੋ ਪਿਆਰੇ ਵਿਦਿਆਰਥੀਓ, ਆਓ ਅਸੀਂ ਵਾਤਾਵਰਣ ਦੇ ਕੁਝ ਘਟਕਾਂ ਬਾਰੇ ਜਾਣਦੇ ਹਾਂ। ਪਿਆਰੇ ਵਿਦਿਆਰਥੀਓ, ਸੰਸਾਰ ਦੇ ਵੱਖ-ਵੱਖ ਭਾਗਾਂ ਵਿੱਚ ਮਿਲਣ ਵਾਲੇ ਵਣ, ਘਾਹ ਦੇ ਮੈਦਾਨ, ਮਾਰੂਥਲ, ਤਟੀ ਅਤੇ ਪਹਾੜੀ ਖੇਤਰਾਂ ਵਿੱਚ ਵੀ ਬਹੁਤ ਭਿੰਨਤਾਵਾਂ ਹਨ। ਕਿਸੇ ਆਵਾਸ ਵਿੱਚ ਮਿਲਣ ਵਾਲੇ ਸਾਰੇ ਜੀਵ ਜਿਵੇਂ ਕਿ ਪੌਦੇ, ਜੰਤੂ ਅਤੇ ਸੂਖਮ ਜੀਵ ਉਸ ਵਾਤਾਵਰਣ ਦੇ ਜੈਵਿਕ ਘਟਕ ਹਨ। ਜੈਵਿਕ ਘਟਕ ਤੋਂ ਭਾਵ ਹੈ ਬਾਇਓਟਿਕ ਕੰਪੋਨੈਂਟਸ, means the living things like plants, animals, human beings and microorganisms in a habitat are the biotic components of the environment। प्यारे विद्यार्थियों, ये पॉइंट नोट करो कि किसी आवास विच मिलन वाले सारे जीव जिवें कि पौधे, जंतु ਅਤੇ ਸੂਖਮ ਜੀਵ ਉਸ ਵਾਤਾਵਰਣ ਦੇ ਜੈਵਿਕ ਘਟਕ ਹਨ। ਵਿਦਿਆਰਥੀਓ, ਇਸੇ ਤਰ੍ਹਾਂ ਚਟਾਨਾਂ, ਮਿੱਟੀ, ਹਵਾ ਅਤੇ ਪਾਣੀ ਵਰਗੀਆਂ ਅਨੇਕ ਨਿਰਜੀਵ ਵਸਤੂਆਂ ਆਵਾਸ ਦੇ ਅਜੈਵਿਕ ਘਟਕ ਹਨ। ਅਜੈਵਿਕ ਘਟਕ ਤੋਂ ਭਾਵ ਹੈ ਅਬਾਇਓਟਿਕ ਕੰਪੋਨੈਂਟਸ। ਵਿਦਿਆਰਥੀਓ, ਇਸੇ ਤਰ੍ਹਾਂ ਸੂਰਜ ਦਾ ਪ੍ਰਕਾਸ਼ ਅਤੇ ਗਰਮੀ ਵੀ ਵਾਤਾਵਰਣ ਦੇ ਅਜੈਵਿਕ ਘਟਕ ਹਨ। ਇਟ ਮੀਨਸ ਨੌਨ ਲਿਵਿੰਗ ਥਿੰਗਸ ਲਾਈਕ soil, water, air, sunlight, temperature and wind constitute the abiotic components of the environment। ਸੋ ਵਿਦਿਆਰਥੀਓ, ਵਾਤਾਵਰਣ ਦੇ ਘਟਕਾਂ ਨੂੰ ਅਸੀਂ ਦੋ ਭਾਗਾਂ ਵਿੱਚ ਵੰਡਿਆ। ਇੱਕ ਹੈ ਜੈਵਿਕ ਘਟਕ, means ਬਾਇਓਟਿਕ ਕੰਪੋਨੈਂਟਸ, ਤੇ ਦੂਸਰਾ ਹੈ ਅਜੈਵਿਕ ਘਟਕ, means ਅਬਾਇਓਟਿਕ ਕੰਪੋਨੈਂਟਸ। ਤੇ ਪਿਆਰੇ ਵਿਦਿਆਰਥੀਓ, ਜੈਵਿਕ ਅਤੇ ਅਜੈਵਿਕ ਘਟਕ ਮਿਲ ਕੇ ਕਿਸੇ ਜੀਵ ਦਾ ਕੁਦਰਤੀ ਵਾਤਾਵਰਣ ਬਣਾਉਂਦੇ ਹਨ, means the biotic and abiotic components form the natural environment of an organism। ਪਿਆਰੇ ਵਿਦਿਆਰਥੀਓ, ਅਸੀਂ ਵੀ ਇਸ ਵਾਤਾਵਰਣ ਦਾ ਇੱਕ ਹਿੱਸਾ ਹੀ ਹਾਂ। ਅਸੀਂ ਆਪਣੀਆਂ ਲੋੜਾਂ ਅਨੁਸਾਰ ਆਪਣੇ ਚੌਗਿਰਦੇ ਨੂੰ ਬਦਲ ਸਕਦੇ ਹਾਂ। ਅਸਲ ਵਿੱਚ ਅਸੀਂ ਮਨੁੱਖ ਦੁਆਰਾ ਉਸਾਰੇ ਚੌਗਿਰਦੇ ਵਿੱਚ ਹੀ ਰਹਿੰਦੇ ਹਾਂ, means we live in a human made environment। ਅਸੀਂ ਆਪਣੇ ਚੌਗਿਰਦੇ ਦੇ ਜੈਵਿਕ ਘਟਕਾਂ ਨੂੰ ਚਾਰ ਮੁੱਖ ਭਾਗਾਂ ਵਿੱਚ ਵੰਡਦੇ ਹਾਂ, means the biotic components of the environment can be divided into four main groups, and these groups are producers, consumers, scavengers
एंड डीकंपोजर्स। सो प्यारे विद्यार्थियों, सब तो पहला असी प्रोड्यूसर्स बारे समझते हाँ। प्रोड्यूसर उन्हां जीवां नूं कहा जाता है जो अपना भोजन आप तैयार कर सकते हैं। उदाहरण के तौर पर हरे पौधे जो कि कार्बन डाइऑक्साइड, पानी ਅਤੇ सूरज की रोशनी की मदद के नाल अपना भोजन आप तैयार कर सकते हैं। मीन्स द प्रोड्यूसर्स आर दी ऑर्गेनिजम्स दैट कैन मैन्युफैक्चर देयर ओन फूड। फॉर एग्जाम्पल, ग्रीन प्लांट्स मेक देयर ओन फूड फ्रॉम कार्बन डाइऑक्साइड and water in the presence of sunlight. So here green plants are called as producers, as you can see in the image. प्यारे विद्यार्थियों, कंज्यूमर ਉਹ ਜੀਵ ਹੁੰਦੇ ਹਨ ਜੋ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ, ਪਰ ਉਹ ਸਿੱਧੇ ਜਾਂ ਅਸਿੱਧੇ ਤੌਰ 'ਤੇ ਹਰੇ ਪੌਦਿਆਂ ਤੋਂ ਆਪਣਾ ਭੋਜਨ ਪ੍ਰਾਪਤ ਕਰ ਸਕਦੇ ਹਨ। ਉਦਾਹਰਨ ਦੇ ਤੌਰ 'ਤੇ ਸਾਰੇ ਜੰਤੂ। ਮੀਨਸ ਦੀ ਕੰਜ਼ਿਊਮਰਸ ਆਰ ਦੀ organisms that cannot manufacture their own food but consume directly or indirectly food prepared by green plants. For example, all animals are consumers, and further consumers ਨੂੰ ਵੀ ਅਸੀਂ 3 ਕੈਟਾਗਰੀਜ਼ ਵਿੱਚ ਵੰਡਦੇ ਹਾਂ। Means consumers can be further divided into 3 categories. First is primary consumers or herbivores. Second is secondary consumers or carnivores. Third is tertiary consumers or top carnivores. So ਵਿਦਿਆਰਥੀਓ, ਪ੍ਰਾਇਮਰੀ ਕੰਜ਼ਿਊਮਰ ਤੋਂ ਭਾਵ ਹੈ ਸ਼ਾਕਾਹਾਰੀ, ਮੀਨਸ ਹਾਰਬੀਵੋਰਸ। ਉਹ ਜੰਤੂ ਜੋ ਸਿਰਫ ਹਰਾ ਘਾਹ ਖਾਂਦੇ ਹਨ ਅਤੇ ਪੌਦਿਆਂ ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ, ਜਿਵੇਂ ਕਿ ਮੱਝ, ਘੋੜਾ, ਗਾਂ, ਬੱਕਰੀ, ਖਰਗੋਸ਼ ਆਦਿ। ਉਹਨਾਂ ਨੂੰ ਅਸੀਂ ਹਾਰਬੀਵੋਰਸ ਮੀਨਸ ਸ਼ਾਕਾਹਾਰੀ ਆਖਦੇ ਹਾਂ। ਇਟ ਮੀਨਸ the animals that eat only green plants and plant products are called herbivores or primary consumers. For example, cows, horses, goats, rabbits and grasshoppers are herbivorous animals. Now what is secondary consumers? Means carnivores. ਕਾਰਨੀਵੋਰਸ ਤੋਂ ਭਾਵ ਹੈ ਮਾਸਾਹਾਰੀ। ਤੇ ਵਿਦਿਆਰਥੀਓ, ਦੂਜੇ ਜੀਵਾਂ ਨੂੰ ਖਾਣ ਵਾਲੇ ਜੀਵ ਮਾਸਾਹਾਰੀ ਅਖਵਾਉਂਦੇ ਹਨ। ਮੀਨਸ ਦੀ ਐਨੀਮਲਸ that eat the flesh of other animals as food are called as carnivores or secondary consumers. ਤੇ ਵਿਦਿਆਰਥੀਓ, ਸੱਪ, ਡੱਡੂ, ਛਿਪਕਲੀ ਇਹ ਸਾਰੀਆਂ ਮਾਸਾਹਾਰੀ ਜੀਵਾਂ ਦੀਆਂ ਉਦਾਹਰਨਾਂ ਹਨ, ਮੀਨਸ ਸੈਕੰਡਰੀ ਕੰਜ਼ਿਊਮਰਸ। ਤੇ ਵਿਦਿਆਰਥੀਓ, ਥਰਡ ਹੈ ਟਰਸ਼ਰੀ ਕੰਜ਼ਿਊਮਰਸ, ਮੀਨਸ ਟੌਪ ਕਾਰਨੀਵੋਰਸ। ਤੇ ਵਿਦਿਆਰਥੀਓ, ਇਹਨਾਂ ਵਿੱਚ ਉਹ ਜੀਵ ਆਉਂਦੇ ਹਨ ਜੋ ਸੈਕੰਡਰੀ ਕੰਜ਼ਿਊਮਰਸ ਨੂੰ ਖਾਂਦੇ ਹਨ, ਜਿਵੇਂ ਕਿ ਸ਼ੇਰ, ਚੀਤਾ ਆਦਿ। ਤੇ ਵਿਦਿਆਰਥੀਓ, ਇਹ ਜੰਤੂ ਕਿਸੇ ਹੋਰ ਜੰਤੂਆਂ ਦੁਆਰਾ ਨਾ ਤਾਂ ਮਾਰੇ ਜਾਂਦੇ ਹਨ ਤੇ ਨਾ ਹੀ ਖਾਧੇ ਜਾਂਦੇ ਹਨ। ਵਿਦਿਆਰਥੀਓ, ਜੈਵਿਕ ਘਟਕਾਂ ਵਿੱਚ ਥਰਡ ਕੈਟਾਗਰੀ ਹੈ ਸਕਵੈਂਜਰਸ। ਵਿਦਿਆਰਥੀਓ, ਇਹ ਉਹ ਜੀਵ ਹੁੰਦੇ ਹਨ ਜੋ ਸ਼ਿਕਾਰੀ ਜੰਤੂਆਂ ਦੁਆਰਾ ਮਾਰੇ ਗਏ
ਜੰਤੂਆਂ ਦੇ ਅਵਸ਼ੇਸ਼ ਖਾਂਦੇ ਹਨ, ਜਿਵੇਂ ਕਿ ਗਿਰਚ ਆਦਿ। ਇਟ ਮੀਨਸ the organisms that feed on the dead remains of animals that are killed by predators are called scavengers. Kites and vultures are some examples of scavengers, as you can see on your screen. ਤੇ ਵਿਦਿਆਰਥੀਓ, ਜੈਵਿਕ ਘਟਕਾਂ ਦੇ ਵਿੱਚ 4th ਕੈਟਾਗਰੀ ਹੈ ਡੀਕੰਪੋਜ਼ਰਸ। ਤੇ ਵਿਦਿਆਰਥੀਓ, ਜੀਵਾਣੂ ਅਤੇ ਉੱਲੀ ਜਿਹੇ ਜੀਵ ਜੋ ਕਿ ਜੰਤੂਆਂ ਅਤੇ ਪੌਦਿਆਂ ਦੇ ਅਵਸ਼ੇਸ਼ਾਂ ਨੂੰ ਡੀਕੰਪੋਜ਼ ਕਰਦੇ ਹਨ ਅਤੇ ਉੱਥੋਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ, ਉਹਨਾਂ ਨੂੰ ਡੀਕੰਪੋਜ਼ਰਸ ਆਖਦੇ ਹਨ। ਮੀਨਸ the organisms like bacteria and fungi that decompose dead remains of plants and animals to obtain their food are called decomposers. ਸੋ ਵਿਦਿਆਰਥੀਓ, ਅਸੀਂ ਜੈਵਿਕ ਘਟਕਾਂ ਨੂੰ 4 ਮੁੱਖ ਭਾਗਾਂ ਵਿੱਚ ਵੰਡਿਆ। ਪਹਿਲਾ ਸੀ ਪ੍ਰੋਡਿਊਸਰਸ, ਦੂਸਰਾ ਸੀ ਕੰਜ਼ਿਊਮਰਸ, ਤੀਸਰਾ ਸੀ ਸਕਵੈਂਜਰਸ ਤੇ ਚੌਥਾ ਹੈ ਡੀਕੰਪੋਜ਼ਰਸ। ਤੇ ਪਿਆਰੇ ਵਿਦਿਆਰਥੀਓ, ਕੋਈ ਵੀ ਜੀਵ ਇਕੱਲਾ ਜਿਉਂਦਾ ਨਹੀਂ ਰਹਿ ਸਕਦਾ। ਕਿਸੇ ਵੀ ਆਵਾਸ ਤੇ ਪੌਦੇ ਅਤੇ ਜੰਤੂ ਜੋ ਕਿ ਜੈਵਿਕ ਘਟਕ ਹਨ, ਇੱਕ ਦੂਸਰੇ ਤੇ ਅਤੇ ਨਿਰਜੀਵ ਘਟਕਾਂ ਤੇ, ਜਿਨ੍ਹਾਂ ਨੂੰ ਅਸੀਂ ਅਜੈਵਿਕ ਘਟਕ ਆਖਦੇ ਹਾਂ, ਤੇ ਨਿਰਭਰ ਕਰਦੇ ਹਨ। ਇਸ ਨੂੰ ਅਸੀਂ ਆਪਸੀ ਨਿਰਭਰਤਾ ਆਖਦੇ ਹਾਂ ਅਤੇ ਇਸ ਆਪਸੀ ਨਿਰਭਰਤਾ ਕਾਰਨ ਹੀ ਕੁਦਰਤੀ ਸੰਤੁਲਨ ਬਣਿਆ ਹੋਇਆ ਹੈ। ਵਿਦਿਆਰਥੀਓ, ਜੈਵਿਕ ਅਤੇ ਅਜੈਵਿਕ ਘਟਕਾਂ ਦੇ ਵਿਚਕਾਰ ਇੰਟਰੈਕਸ਼ਨਸ ਨੂੰ ਤੁਸੀਂ ਦਿੱਤੇ ਗਏ ਇਮੇਜ ਰਾਹੀਂ ਵੀ ਸਮਝ ਸਕਦੇ ਹੋ। ਸੋ ਵੀ ਕੈਨ ਸੇ no organisms can live independently in any habitat. Plants and animals which are biotic components depend on each other and on non-living components called abiotic components of the environment, and this is known as interdependence. And because of this interdependence, plants and animals help to maintain a balance in nature, as you can see in the given image. ਤੇ ਪਿਆਰੇ ਵਿਦਿਆਰਥੀਓ, ਸਾਡਾ ਨੈਕਸਟ ਟੌਪਿਕ ਹੈ ਅਨੁਕੂਲਨ ਮੀਨਸ ਅਡੈਪਟੇਸ਼ਨ। ਪਿਆਰੇ ਵਿਦਿਆਰਥੀਓ, ਵਿਸ਼ੇਸ਼ ਸਰੀਰਕ ਰਚਨਾਵਾਂ ਜਾਂ ਆਦਤਾਂ ਦੀ ਹੋਂਦ ਜੋ ਕਿਸੇ ਪੌਦੇ ਜਾਂ ਜੰਤੂ ਨੂੰ ਉਸ ਦੇ ਚੌਗਿਰਦੇ ਵਿੱਚ ਰਹਿਣ ਦੇ ਯੋਗ ਬਣਾਉਂਦੀ ਹੈ, ਉਸ ਨੂੰ ਅਨੁਕੂਲਨ ਆਖਦੇ ਹਨ। ਇਟ ਮੀਨਸ ਫੇਵਰੇਬਲ ਫੀਚਰਸ ਪ੍ਰੈਜ਼ੈਂਟ ਇਨ ਪਲਾਂਟਸ ਐਂਡ ਐਨੀਮਲਸ that help them to survive in a particular type of habitat are known as adaptations. ਵਿਦਿਆਰਥੀਓ, ਜੀਵ ਆਪਣੇ ਆਪ ਨੂੰ ਆਪਣਾ ਆਕਾਰ, ਅੰਗ, ਰੰਗ, ਢੰਗ ਅਤੇ ਨਿਵਾਸ ਸਥਾਨ ਬਦਲ ਕੇ ਕਿਸੇ ਖਾਸ ਅਨੁਕੂਲਿਤ ਸਥਾਨ ਤੇ ਰਹਿਣ ਦੇ ਅਨੁਕੂਲ ਬਣਾਉਂਦੇ ਹਨ। ਉਦਾਹਰਨ ਦੇ ਤੌਰ ਤੇ ਕਮਲ ਦੇ ਪੌਦੇ ਦਾ ਅਨੁਕੂਲਿਤ ਸਥਾਨ ਹੈ ਪਾਣੀ। ਇਸੇ ਤਰ੍ਹਾਂ ਊਂਠ ਮਾਰੂਥਲੀ ਇਲਾਕਿਆਂ ਵਿੱਚ ਆਸਾਨੀ ਨਾਲ ਰਹਿ ਸਕਦਾ ਹੈ, ਇਸ ਲਈ ਉਸ ਦਾ ਅਨੁਕੂਲਿਤ ਵਾਤਾਵਰਣ ਮਾਰੂਥਲ ਹੈ। ਪਰੰਤੂ ਕਮਲ ਦਾ ਪੌਦਾ ਮਾਰੂਥਲ ਵਿੱਚ ਨਹੀਂ ਰਹਿ ਸਕਦਾ, ਇਸ ਲਈ
ਵੱਖ-ਵੱਖ ਜੰਤੂ ਵੱਖ-ਵੱਖ ਚੌਗਿਰਦੇ ਦੇ ਪ੍ਰਤੀ ਵੱਖਰੀ ਤਰ੍ਹਾਂ ਨਾਲ ਅਨੁਕੂਲਿਤ ਹੋ ਸਕਦੇ ਹਨ। ਇਸ ਤੋਂ ਭਾਵ ਹੈ ਜੇਕਰ ਪੌਦਿਆਂ ਅਤੇ ਜੰਤੂਆਂ ਨੂੰ ਉਹਨਾਂ ਦੀਆਂ ਅਨੁਕੂਲਨ ਪ੍ਰਸਥਿਤੀਆਂ ਨਹੀਂ ਮਿਲਦੀਆਂ ਤਾਂ ਉਹ ਅਜਿਹੇ ਹਾਲਾਤਾਂ ਵਿੱਚ ਜਿਉਂਦੇ ਨਹੀਂ ਰਹਿ ਸਕਦੇ। ਤੇ ਵਿਦਿਆਰਥੀਓ, ਕਿਸੇ ਸਜੀਵ ਦਾ ਉਹ ਚੌਗਿਰਦਾ ਜਿਸ ਵਿੱਚ ਉਹ ਰਹਿੰਦਾ ਹੈ ਉਸ ਦਾ ਆਵਾਸ ਜਾਂ ਨਿਵਾਸ ਸਥਾਨ ਅਖਵਾਉਂਦਾ ਹੈ। ਵਿਦਿਆਰਥੀਓ, ਆਓ ਹੁਣ ਅਸੀਂ ਇਸ ਟੌਪਿਕ ਨਾਲ ਰਿਲੇਟਿਡ NCERT ਬੁੱਕ ਦੇ ਬੈਕ ਐਕਸਰਸਾਈਜ਼ ਦੇ ਕੁਐਸਚਨਸ ਕਰਦੇ ਹਾਂ। ਇਸ ਵਿੱਚ ਪਹਿਲਾ ਕੁਐਸਚਨ ਜੋ ਤੁਹਾਡੀ ਸਕਰੀਨ ਉੱਪਰ ਫਲੈਸ਼ ਹੋ ਰਿਹਾ ਹੈ ਇਹ ਹੈ ਆਵਾਸ ਕਿਸ ਨੂੰ ਆਖਦੇ ਹਨ। ਵਿਦਿਆਰਥੀਓ, ਇਸ ਦਾ ਉੱਤਰ ਅਸੀਂ ਹੁਣੇ ਕਰਕੇ ਆਏ ਹਾਂ ਕਿ ਕਿਸੇ ਸਥਾਨ ਦਾ ਚੌਗਿਰਦਾ ਜਿਸ ਵਿੱਚ ਪੌਦੇ, ਜੀਵ ਜੰਤੂ ਅਤੇ ਹੋਰ ਜੀਵ ਰਹਿੰਦੇ ਹਨ ਉਸ ਦਾ ਆਵਾਸ ਅਖਵਾਉਂਦਾ ਹੈ। In English, what is a habitat? The surrounding where plants and animals live, survive and reproduce is called their habitat. ਪਿਆਰੇ ਵਿਦਿਆਰਥੀਓ, ਇਸੇ ਟੌਪਿਕ ਨਾਲ ਰਿਲੇਟਿਡ ਆਓ ਅਸੀਂ ਪ੍ਰਸ਼ਨ ਨੰਬਰ 3 ਦੀਆਂ ਖਾਲੀ ਥਾਵਾਂ ਕਰਦੇ ਹਾਂ। ਇਸ ਵਿੱਚ ਸਭ ਤੋਂ ਪਹਿਲਾ ਕੁਐਸਚਨ ਹੈ ਪੌਦਿਆਂ ਅਤੇ ਜੀਵਾਂ ਵਿੱਚ ਮਿਲਣ ਵਾਲੇ ਵਿਸ਼ੇਸ਼ ਲੱਛਣ ਜੋ ਉਹਨਾਂ ਨੂੰ ਇੱਕ ਖਾਸ ਆਵਾਸ ਵਿੱਚ ਰਹਿਣ ਦੇ ਯੋਗ ਬਣਾਉਂਦੇ ਹਨ, ਡੈਸ਼ ਅਖਵਾਉਂਦੇ ਹਨ। ਤੇ ਵਿਦਿਆਰਥੀਓ, ਇਸ ਨੂੰ ਆਖਦੇ ਹਨ ਅਨੁਕੂਲਨ। ਕੀ ਆਖਦੇ ਹਨ? ਅਨੁਕੂਲਨ। ਵਿਦਿਆਰਥੀਓ, ਇਸੇ ਤਰ੍ਹਾਂ ਸੈਕਿੰਡ ਫਿਲਅਪ ਜੋ ਤੁਹਾਡੀ ਸਕਰੀਨ ਉੱਪਰ ਫਲੈਸ਼ ਹੋ ਰਹੀ ਹੈ ਉਹ ਹੈ ਮਿੱਟੀ, ਪਾਣੀ ਅਤੇ ਹਵਾ ਕਿਸੇ ਆਵਾਸ ਦੇ ਡੈਸ਼ ਘਟਕ ਹਨ। ਤੇ ਵਿਦਿਆਰਥੀਓ, ਇਸ ਦਾ ਆਨਸਰ ਵੀ ਅਸੀਂ ਥੋੜੀ ਦੇਰ ਪਹਿਲਾਂ ਸਮਝਿਆ ਸੀ ਕਿ ਮਿੱਟੀ, ਪਾਣੀ ਅਤੇ ਹਵਾ ਕਿਸੇ ਆਵਾਸ ਦੇ ਅਜੈਵਿਕ ਘਟਕ ਹਨ। Now let us do the fill in the blanks in English also. The presence of specific features which enable a plant or animal to live in a particular habitat is called dash. The answer of this fill up is adaptation. And the second fill up is soil, water and air are the dash factors of a habitat. The answer of this fill up is abiotic factors of a habitat. Means the soil, water and air are the abiotic factors of a habitat. ਸੋ ਪਿਆਰੇ ਵਿਦਿਆਰਥੀਓ, ਅਸੀਂ ਹੁਣ ਤੱਕ ਆਵਾਸ ਅਤੇ ਅਨੁਕੂਲਨ ਬਾਰੇ ਸਮਝਿਆ। ਤੇ ਪਿਆਰੇ ਵਿਦਿਆਰਥੀਓ, ਸਾਡਾ ਨੈਕਸਟ ਟੌਪਿਕ ਹੋਵੇਗਾ ਆਵਾਸ ਦੀਆਂ ਕਿਸਮਾਂ। ਆਵਾਸ ਜਾਂ ਨਿਵਾਸ ਸਥਾਨ ਮੀਨਸ ਹੈਬਿਟੇਟ ਦੀਆਂ ਦੋ ਮੁੱਖ ਕਿਸਮਾਂ ਹੁੰਦੀਆਂ ਹਨ। ਪਹਿਲੀ ਹੈ ਸਥਲੀ ਆਵਾਸ ਮੀਨਸ ਟਰੈਸਟਰੀਅਲ ਹੈਬਿਟੇਟ ਤੇ ਦੂਸਰੀ ਹੁੰਦੀ ਹੈ ਜਲ ਆਵਾਸ ਮੀਨਸ ਐਕੁਐਟਿਕ ਹੈਬਿਟੇਟ। ਵਿਦਿਆਰਥੀਓ, ਸਥਲੀ ਆਵਾਸ ਮੀਨਸ ਟਰੈਸਟਰੀਅਲ ਹੈਬਿਟੇਟ ਤੋਂ ਭਾਵ ਹੈ ਧਰਤੀ ਤੇ ਮਿਲਣ ਵਾਲੇ ਪੌਦਿਆਂ ਅਤੇ ਜੰਤੂਆਂ ਦੇ ਆਵਾਸ, ਉਸ ਨੂੰ ਅਸੀਂ ਆਖਦੇ ਹਾਂ ਸਥਲੀ ਆਵਾਸ। ਉਦਾਹਰਨ ਦੇ ਤੌਰ ਤੇ ਮਨੁੱਖ, ਗਾਵਾਂ, ਹਿਰਨ, ਸ਼ੇਰ, ਚੀਤੇ ਇਹ ਸਾਰੇ ਸਥਲੀ ਜੀਵ ਹਨ। ਤੇ ਵਿਦਿਆਰਥੀਓ, ਜਲ ਆਵਾਸ ਮੀਨਸ ਐਕੁਐਟਿਕ ਹੈਬਿਟੇਟਸ। ਅਸਲ ਵਿੱਚ ਐਕੁਆ ਵਰਡ ਦਾ ਮਤਲਬ ਹੁੰਦਾ ਹੈ ਪਾਣੀ। ਸੋ ਪਾਣੀ ਦੇ ਅੰਦਰ ਰਹਿਣ ਵਾਲੇ ਜੀਵਾਂ ਨੂੰ ਅਸੀਂ ਜਲੀ ਜੀਵ ਆਖਦੇ ਹਾਂ, ਜਿਵੇਂ ਕਿ ਮੱਛੀਆਂ,
ਕਮਲ ਦਾ ਫੁੱਲ ਆਦि। ਤੇ ਵਿਦਿਆਰਥੀਓ ਇਹਨਾਂ ਬਾਰੇ ਅਸੀਂ ਡਿਟੇਲ ਵਿੱਚ ਨੈਕਸਟ ਵੀਡੀਓ ਦੇ ਵਿੱਚ ਜਾਣਾਂਗੇ। ਸੋ ਪਿਆਰੇ ਵਿਦਿਆਰਥੀਓ, ਆਸ ਕਰਦੇ ਹਾਂ ਤੁਹਾਨੂੰ ਇਹ ਟੌਪਿਕ ਸਮਝ ਆਇਆ ਹੋਵੇਗਾ ਤੇ ਨੈਕਸਟ ਵੀਡੀਓ ਦੇ ਵਿੱਚ ਇਸ ਚੈਪਟਰ ਦਾ ਅਸੀਂ ਨੈਕਸਟ ਟੌਪਿਕ ਲੈ ਕੇ ਹਾਜ਼ਰ ਹੋਵਾਂਗੇ। ਸੋ ਮੈਂ ਸੰਦੀਪ ਸਿੰਘ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਥੈਂਕ ਯੂ ਸੋ ਮਚ।